ਤੁਹਾਡੇ ਸਨਮੁਖ ਪ੍ਰਸਿੱਧ ਕਹਾਣੀਕਾਰ S.K. ਸਾਖੇ ਹੋਰਾਂ ਦੀ ਲਿਖੀ ਹੋਈ ਕਹਾਣੀ ਰਖੇਲ। ਮਿਸਿਜ਼ ਮਹਿਰਾ ਨੇ ਆਪਣੇ ਪਤੀ ਦੀਆਂ ਫਰੇਮ ਕੀਤੀਆਂ ਫੋਟੋਆਂ, ਸ਼ਾਇਰੀ ਦੀਆਂ ਕਿਤਾਬਾਂ, ਕੱਪੜੇ ਅਤੇ ਦੂਜੀਆਂ ਚੀਜ਼ਾਂ ਨੂੰ ਵਿਹੜੇ ਵਿੱਚ ਸੁੱਟ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਹੀ ਸੀ ਕਿ ਪਲਾਂ ਵਿੱਚ ਉੱਥੇ ਰਹਿੰਦੇ 5 ਕਿਰਾਏਦਾਰ ਆਪਣੇ ਆਪ ਕਮਰਿਆਂ ਦੇ ਬੂਹਿਆਂ ਵਿੱਚ ਆਣ ਖਲੋਤੇ। ਉਹ ਸਾਰੇ ਹੈਰਾਨ ਹੋਏ ਲੱਟ-ਲੱਟ ਕਰਕੇ ਬਲਦੀ ਅੱਗ ਵੱਲ ਵੇਖਣ ਲੱਗੇ। ਅਜਿਹਾ ਹੁੰਦਾ ਵੀ ਕਿਉਂ ਨਾ? ਉਹ ਮਿਸਿਜ਼ ਮਹਿਰਾ, ਜਿਹੜੀ ਕਦੀ ਪਤੀ ਨੂੰ ਯਾਦ ਕਰਨਾ ਰੱਬ ਦਾ ਨਾਂ ਲੈਣ ਦੇ ਬਰਾਬਰ ਸਮਝਦੀ ਸੀ, ਆਪਣੇ ਪਤੀ ਨੂੰ ਗਾਲ੍ਹਾਂ ਕੱਢਦੀ ਰੋਈ ਜਾ ਰਹੀ ਸੀ। ਮਿਸਿਜ਼ ਮਹਿਰਾ ਦੇ ਘਰ ਵਿੱਚ ਮੈਨੂੰ ਛੱਡ ਬਾਕੀ ਦੇ 5 ਕਿਰਾਏਦਾਰ ਬਹੁਤ ਪੁਰਾਣੇ ਸਨ। ਕੋਈ 6 ਮਹੀਨੇ ਪਹਿਲਾਂ ਬਹੁਤ ਮੁਸ਼ਕਿਲ ਨਾਲ ਕਿਸੇ ਦੀ ਸਿਫਾਰਸ਼ ਨਾਲ ਮੈਨੂੰ ਇਹ ਕਮਰਾ ਮਿਲਿਆ ਸੀ। ਇਸ ਘਰ ਵਿੱਚ ਮੇਰੇ ਸ਼ਹਿਰ ਦੇ ਇੱਕ ਦੋਸਤ ਦੀ ਭੈਣ ਪਹਿਲਾਂ ਹੀ ਰਹਿੰਦੀ ਸੀ। ਉਸ ਨੇ ਮਿਸਿਜ਼ ਮਹਿਰਾ ਨੂੰ ਮੇਰੀ ਗਰੰਟੀ ਦੇ ਕੇ ਇਹ ਕਮਰਾ ਦਿਵਾਇਆ ਸੀ। ਨਹੀਂ ਤਾਂ ਦਿੱਲੀ ਜਿਹੇ ਸ਼ਹਿਰ ਵਿੱਚ ਅਜਿਹੀ ਥਾਂ ਮਿਲਣੀ ਬਹੁਤ ਮੁਸ਼ਕਿਲ ਸੀ। ਭਾਵੇਂ ਕਮਰਾ ਬਹੁਤ ਛੋਟਾ ਸੀ, ਮਸਾਂ 10 ਬਾਈ 10 ਦਾ, ਪਰ ਬਹੁਤ ਹੀ ਸਾਫ਼ ਸੁਥਰਾ, ਜਿਸ ਦੇ 2 ਬੂਹੇ ਸਨ, ਜਿਨ੍ਹਾਂ ਵਿੱਚੋਂ ਇੱਕ ਗਲੀ ਵਿੱਚ ਤੇ ਦੂਜਾ ਅੰਦਰ ਵਿਹੜੇ ਵਿੱਚ ਖੁੱਲ੍ਹਦਾ ਸੀ। ਵਿਹੜੇ ਵਾਲਾ ਬੂਹਾ ਬੰਦ ਹੀ ਰਹਿੰਦਾ ਸੀ। ਮੈਂ ਬਸ ਦਿਨ ਵਿੱਚ ਇੱਕ ਅੱਧੀ ਵਾਰੀ ਵਿਹੜੇ ਵਿੱਚ ਲੱਗੇ ਪੰਪ ਤੋਂ ਪਾਣੀ ਭਰਨ ਵੇਲੇ ਹੀ ਉਸ ਨੂੰ ਖੋਲ੍ਹਦਾ ਸੀ। ਇੱਕ ਅੱਧੀ ਵਾਰੀ ਮੈਂ ਇਸ ਕਰਕੇ ਕਿਹਾ ਕਿਉਂਕਿ ਮੈਨੂੰ ਇੰਨਾ ਪਾਣੀ ਲੋੜੀਂਦਾ ਹੀ ਨਹੀਂ ਸੀ। ਬਸ ਪਿੱਤਲ ਦੀ ਇੱਕ ਛੋਟੀ ਬਾਲਟੀ ਮੂੰਹ ਹਨੇਰੇ ਭਰੀ ਹੋਈ ਸਾਰਾ ਦਿਨ ਚੱਲ ਜਾਂਦੀ ਸੀ। ਮੇਰੇ ਮਿੱਤਰ ਦੀ ਭੈਣ ਨੇ ਹੀ ਮਿਸਿਜ਼ ਮਹਿਰਾ ਨਾਲ ਮੇਰੇ ਲਈ ਕਮਰੇ ਦੀ ਗੱਲ ਕੀਤੀ ਸੀ। ਉਸ ਲਈ ਮੈਨੂੰ ਮਕਾਨ ਮਾਲਕਣ ਸਾਹਮਣੇ ਇੰਟਰਵਿਊ ਲਈ ਪੇਸ਼ ਹੋਣਾ ਪਿਆ ਸੀ। ਮਿਸਿਜ਼ ਮਹਿਰਾ ਇੱਕ ਲੰਮੀ ਲੰਜੀ ਔਰਤ ਸੀ। ਉਸ ਦਾ ਕੱਦ ਸਧਾਰਨ ਔਰਤ ਨਾਲੋਂ ਕਿਤੇ ਜ਼ਿਆਦਾ ਸੀ। ਸਾਂਵਲਾ ਰੰਗ, ਜਿਵੇਂ ਲਿਸ਼ਕਦਾ ਕਾਲਾ ਪੱਥਰ ਹੋਵੇ, ਸੁੱਕੇ ਹੱਥ ਅਤੇ ਉਹਨਾਂ ਦੇ ਅੱਗੇ ਉਸੇ ਤਰ੍ਹਾਂ ਦੀਆਂ ਪਤਲੀਆਂ-ਪਤਲੀਆਂ ਉਂਗਲਾਂ, ਹੋਰ ਹੀ ਤਰ੍ਹਾਂ ਦੀਆਂ ਨਾੜਾਂ ਨਾਲ ਭਰੀਆਂ ਬਾਹਾਂ। ਦੇਖਿਆਂ ਲੱਗਦਾ ਸੀ ਜਿਵੇਂ ਰੱਬ ਨੇ ਉਸ ਔਰਤ ਵਿੱਚ ਅੱਧਾ ਮਰਦ ਜੋੜ ਦਿੱਤਾ ਹੋਵੇ। ਉਹ ਪੀਲੀ ਸਾੜ੍ਹੀ ਬੰਨ੍ਹੀ ਕੁਰਸੀ 'ਤੇ ਬੈਠੀ ਸੁਪਾਰੀਆਂ ਕੱਟ ਰਹੀ ਸੀ। ਮੂੰਹ ਵਿੱਚ ਪਾਨ ਦੀ ਗਲੋਰੀ ਸੀ। ਬੁੱਲ੍ਹ ਕੁਝ ਲਿਪਸਟਿਕ ਨਾਲ ਅਤੇ ਬਾਕੀ ਪਾਨ ਦੇ ਰੰਗ ਨਾਲ ਰੰਗੇ ਹੋਏ ਸਨ। ਮੱਥੇ ਉੱਤੇ ਵੱਡੀ ਸਾਰੀ ਬਿੰਦੀ ਸੀ ਅਤੇ ਮਾਂਗ ਸੰਧੂਰ ਨਾਲ ਭਰੀ ਹੋਈ ਸੀ। ਮੈਨੂੰ ਖੜ੍ਹਾ ਦੇਖ, ਉਸ ਨੇ ਕੁਰਸੀ ਉੱਤੇ ਬੈਠਣ ਲਈ ਕਿਹਾ। ਉਹ ਮੇਰੇ ਵੱਲ ਬਿਨਾਂ ਦੇਖੇ ਸਵਾਲ ਪੁੱਛੀ ਜਾ ਰਹੀ ਸੀ। ਹਰ ਸਵਾਲ ਦਾ ਉੱਤਰ ਸੋਚ ਕੇ ਦਿੰਦਾ ਹੋਇਆ ਮੈਂ ਵਾਰ-ਵਾਰ ਉਸ ਦੇ ਚਿਹਰੇ ਦੇ ਉਤਾਰ ਚੜ੍ਹਾਅ ਨੂੰ ਨਿਹਾਰ ਰਿਹਾ ਸੀ। ਆਖਰੀ ਸਵਾਲ ਸੁਣ ਕੇ ਮੈਂ ਕੁਝ ਦੇਰ ਲਈ ਚੁੱਪ ਰਹਿਣ ਲਈ ਮਜਬੂਰ ਹੋ ਗਿਆ ਸੀ। ਉਸ ਨੇ ਸਵਾਲ ਹੀ ਅਜਿਹਾ ਪੁੱਛਿਆ ਸੀ ਕਿ ਮੇਰਾ ਕਿਸੇ ਕੁੜੀ ਨਾਲ ਚੱਕਰ-ਵੱਕਰ ਤਾਂ ਨਹੀਂ ਚੱਲ ਰਿਹਾ। ਇਸ ਸਵਾਲ ਦਾ ਜਵਾਬ ਮੇਰੇ ਕੋਲੋਂ ਛੇਤੀ ਦਿੱਤਾ ਨਾ ਜਾ ਸਕਿਆ। ਮੈਨੂੰ ਚੁੱਪ ਦੇਖ ਉਹ ਆਪੇ ਬੋਲਣ ਲੱਗੀ। ਕਿਸੇ ਕੁੜੀ ਨਾਲ ਪਿਆਰ ਕਰਨਾ ਕੋਈ ਪਾਪ ਥੋੜ੍ਹੇ ਹੁੰਦਾ ਹੈ, ਪਰ ਤਾਂ ਜੇ ਉਸ ਵਿੱਚ ਦੋਵੇਂ ਧਿਰਾਂ ਸਿੰਸੀਅਰ ਹੋਣ। ਇਹ ਨਹੀਂ ਕਿ ਅੱਜ ਇਸ ਥਾਂ ਕੱਲ੍ਹ ਦੂਜੀ ਥਾਂ ਭੁੱਖੇ ਡੰਗਰ ਵਾਂਗ ਖੁਰਲੀ ਵਿੱਚ ਮੂੰਹ ਮਾਰਦੇ ਫਿਰੋ। ਇੱਕ ਮੈਨੂੰ ਇੰਨਾ ਕਹਿ ਕੇ ਉਸ ਨੇ ਗੱਲ ਅਧੂਰੀ ਛੱਡ ਦਿੱਤੀ ਸੀ। ਮੈਂ ਇਮਤਿਹਾਨ ਵਿੱਚ ਪਾਸ ਹੋ ਗਿਆ ਤੇ ਮੈਨੂੰ ਕਮਰਾ ਮਿਲ ਗਿਆ, ਪਰ ਮੈਂ ਇੱਕ ਗੱਲ ਨਾ ਸਮਝ ਸਕਿਆ ਕਿ ਮੱਥੇ ਉੱਤੇ ਬਿੰਦੀ ਅਤੇ ਮਾਂਗ ਵਿੱਚ ਸੰਧੂਰ ਨਾਲ ਭਰੀ ਇਸ ਔਰਤ ਦਾ ਪਤੀ ਇੰਟਰਵਿਊ ਵੇਲੇ ਕਿੱਥੇ ਰਿਹਾ। ਪਰ ਮੇਰਾ ਇਹ ਭੁਲੇਖਾ ਵੀ ਛੇਤੀ ਹੀ ਦੂਰ ਹੋ ਗਿਆ ਜਦੋਂ ਉਸ ਤੋਂ ਅਗਲੇ ਐਤਵਾਰ ਸਵੇਰ ਵੇਲੇ ਮੈਂ ਇੱਕ ਬਹੁਤ ਗੋਰੇ-ਚਿੱਟੇ ਮਰਦ ਨੂੰ ਉਸ ਔਰਤ ਦੇ ਕਮਰੇ ਵਿੱਚ ਵੜਦੇ ਦੇਖਿਆ। ਮੇਰੇ ਦੋਸਤ ਦੀ ਭੈਣ ਨੇ ਹੀ ਸਾਰੀ ਗੱਲ ਖੋਲ੍ਹ ਦਿੱਤੀ। ਉਸ ਨੇ ਦੱਸਿਆ ਕਿ ਇਹ ਕਾਲ-ਕਲੋਟੀ ਔਰਤ ਉਸ ਦੀ ਦੂਜੀ ਵਿਆਹੁਤਾ ਹੈ। ਮੈਂ ਬਹੁਤ ਹੈਰਾਨ ਹੋਇਆ। ਇਸ ਵਿੱਚ ਹੈਰਾਨੀ ਵਾਲੀ ਗੱਲ ਤਾਂ ਆਪੇ ਹੀ ਹੋਈ ਜਦੋਂ ਮੈਂ ਮਿਸਟਰ ਮਹਿਰਾ ਨੂੰ ਉਸ ਔਰਤ ਨਾਲ ਖੜ੍ਹੇ ਦੇਖਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿਸੇ ਨੇ ਬੂਝੇ ਕੋਲੇ ਨੇੜੇ ਚੰਦਨ ਦੀ ਲੱਕੜੀ ਰੱਖ ਦਿੱਤੀ ਹੋਵੇ। ਮਿਸਟਰ ਮਹਿਰਾ ਦਾ ਗੋਰਾ-ਚਿੱਟਾ ਰੰਗ ਉਸ ਔਰਤ ਨੇੜੇ ਹੋਰ ਗੋਰਾ ਲੱਗੇ। ਬਿਲਕੁਲ ਅੰਗਰੇਜ਼ਾਂ ਜਿਹੇ ਭੂਰੇ ਵਾਲ, ਬਿੱਲੀਆਂ ਅੱਖਾਂ ਤੇ ਭਰੇ-ਭਰੇ ਅੰਗ। ਇਹ ਸੋਚ ਮੈਂ ਹੈਰਾਨ ਸੀ ਕਿ ਮਿਸਟਰ ਮਹਿਰਾ ਨੂੰ ਇਸ ਅੱਧੇ ਮਰਦ ਜਿਹੀ ਔਰਤ ਵਿੱਚ ਅਜਿਹਾ ਕੀ ਲੱਭਿਆ ਕਿ ਉਹ ਇਸ ਨਾਲ ਜੁੜ ਗਿਆ। ਕੁਝ ਹੀ ਦਿਨਾਂ ਵਿੱਚ ਮਿਸਟਰ ਮਹਿਰਾ
ਮੇਰੇ ਨਾਲ ਖੁੱਲ੍ਹ ਗਿਆ। ਐਤਵਾਰ ਵਾਲੇ ਦਿਨ ਉਹ ਮੈਨੂੰ ਜ਼ਰੂਰ ਮਿਲਦਾ। ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਮੈਨੂੰ ਵੀ ਸ਼ਾਇਰੀ ਦਾ ਬਹੁਤ ਸ਼ੌਂਕ ਹੈ, ਫੇਰ ਤਾਂ ਉਸ ਦੀ ਮੇਰੇ ਨਾਲ ਖੂਬ ਨਿਭਣ ਲੱਗੀ। ਉਸ ਨੂੰ ਦੇਖ ਮੇਰੇ ਮਨ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਕਿ ਇਸ ਕੋਲ ਕਿੰਨੀ ਦੌਲਤ ਹੈ, ਪਤਨੀ ਹੈ, ਬੱਚੇ ਹਨ, ਵਸਿਆ ਵਸਾਇਆ ਘਰ ਹੈ। ਫੇਰ ਇਹ ਇਸ ਔਰਤ ਦੇ ਚੱਕਰ ਵਿੱਚ ਕਿਵੇਂ ਪੈ ਗਿਆ? ਪਰ ਇਸ ਗੱਲ ਨੂੰ ਇੱਕ ਦਿਨ ਮਹਿਰਾ ਨੇ ਆਪੇ ਹੀ ਖੋਲ੍ਹਿਆ। ਉਸ ਦਿਨ ਉਹ ਬਹੁਤ ਮੂਡ ਵਿੱਚ ਸੀ। ਕਹਿਣ ਲੱਗਾ, ਮੈਂ ਆਪਣੇ ਮਾਂ ਪਿਓ ਦੀ ਇਕੱਲੀ ਔਲਾਦ ਸਾਂ। ਪਿਓ ਇੱਕ ਵੱਡਾ ਵਕੀਲ ਸੀ। ਉਸ ਨੇ ਜੀਵਨ ਵਿੱਚ ਬਹੁਤ ਪੈਸਾ ਖੱਟਿਆ ਸੀ ਅਤੇ ਕੁਝ ਹੀ ਵਰ੍ਹਿਆਂ ਵਿੱਚ ਇੱਕ ਤਕੜੀ ਜਾਇਦਾਦ ਖੜੀ ਕਰ ਲਈ ਸੀ। ਉਸ ਨੇ ਮੈਨੂੰ ਉੱਚੀ ਵਿੱਦਿਆ ਦਿਵਾਈ, ਚੰਗੇ ਤੋਂ ਚੰਗੇ ਸਕੂਲ ਤੇ ਕਾਲਜ ਭੇਜਿਆ। ਮੇਰੇ ਚਾਚੇ ਦੇ ਵੀ ਕੋਈ ਔਲਾਦ ਨਹੀਂ ਸੀ, ਇਸ ਲਈ ਉਸ ਦੀ ਸਾਰੀ ਜਾਇਦਾਦ ਦਾ ਵਾਰਸ ਵੀ ਮੈਂ ਹੀ ਸੀ। ਪਿਓ ਦੇ ਹੁੰਦਿਆਂ ਮੈਨੂੰ ਘਰ ਵਿੱਚ ਪੂਰੀ ਆਜ਼ਾਦੀ ਮਿਲੀ ਹੋਈ ਸੀ। ਇੰਨਾ ਪੜ੍ਹ ਲਿਖ ਕੇ ਮੈਨੂੰ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਸੀ। ਪਤਾ ਨਹੀਂ ਫੇਰ ਕਿਵੇਂ ਮੈਨੂੰ ਸ਼ੇਅਰ ਕਹਿਣ ਦਾ ਸ਼ੌਂਕ ਜਾਗ ਪਿਆ। ਭਾਵੇਂ ਸ਼ੁਰੂ ਵਿੱਚ ਮੈਂ ਚੰਗੇ ਸ਼ੇਅਰ ਨਹੀਂ ਸੀ ਕਹਿੰਦਾ, ਪਰ ਫੇਰ ਹੌਲੀ ਹੌਲੀ ਮਹਿਫਲਾਂ ਅਤੇ ਮੁਸ਼ਾਇਰਿਆਂ ਵਿੱਚ ਮੇਰਾ ਵੀ ਨਾਂ ਲਿਆ ਜਾਣ ਲੱਗਾ। ਇੰਨੀ ਗੱਲ ਕਰਕੇ ਮਿਸਟਰ ਮਹਿਰਾ ਕਿਸੇ ਸੋਚ ਵਿੱਚ ਡੁੱਬ ਗਿਆ, ਪਰ ਛੇਤੀ ਹੀ ਉਸ ਵਿੱਚੋਂ ਬਾਹਰ ਨਿਕਲ ਅਧੂਰੀ ਕਹਾਣੀ ਕਹਿਣ ਲੱਗਾ। ਮੈਂ ਵਕਾਲਤ ਪਾਸ ਕਰ ਲਈ। ਸ਼ੁਰੂ ਵਿੱਚ ਮੈਂ ਕੋਈ ਕੰਮ ਨਹੀਂ ਸੀ ਕਰਦਾ। ਵਿਹਲਾ ਰਹਿ ਰਹਿ ਕੇ ਜਦੋਂ ਮਨ ਭਰ ਗਿਆ ਤਾਂ ਮੈਂ ਪਿਓ ਨਾਲ ਕੰਮ ਵਿੱਚ ਹੱਥ ਵਟਾਉਣ ਲੱਗਾ। ਕੰਮ ਵਿੱਚੋਂ ਜਿੰਨਾ ਵਕਤ ਮਿਲਦਾ ਉਹ ਸ਼ੇਅਰ ਕਹਿਣ ਜਾਂ ਮਿੱਤਰਾਂ ਦੀਆਂ ਮਹਿਫਲਾਂ ਵਿੱਚ ਬੀਤਦਾ। ਅੱਧੀ ਰਾਤ ਗਏ ਤੀਕ ਮਿੱਤਰ ਮੰਡਲੀ ਜੁੜੀ ਰਹਿੰਦੀ। ਘਰ ਵਿੱਚ ਮੇਰਾ ਵੱਖਰਾ ਕਮਰਾ ਸੀ, ਜਿਸ ਵਿੱਚ ਬਹਿ ਸ਼ਰਾਬ ਦਾ ਦੌਰ ਚੱਲਦਾ। ਹਰ ਇੱਕ ਘੁੱਟ ਨਾਲ ਨਵੇਂ ਸ਼ੇਅਰ ਕਹੇ ਤੇ ਸੁਣੇ ਜਾਂਦੇ, ਵਾਹ ਵਾਹ ਲੁੱਟੀ ਜਾਂਦੀ। ਫੇਰ ਹੌਲੀ ਹੌਲੀ ਮੈਂ ਇੰਨਾ ਉੱਘਾ ਹੋ ਗਿਆ ਕਿ ਮੇਰੀ ਗੈਰ ਹਾਜ਼ਰੀ ਵਿੱਚ ਹਰ ਇੱਕ ਮੁਸ਼ਾਇਰਾ ਅਧੂਰਾ ਸਮਝਿਆ ਜਾਣ ਲੱਗਾ। ਪਿਓ ਨੂੰ ਮੇਰੇ ਵਿਆਹ ਦੀ ਫਿਕਰ ਹੋਈ। ਮੇਰੇ ਲਈ ਇੱਕ ਮੇਮ ਜਿਹੀ ਕੁੜੀ ਲੱਭੀ ਗਈ। ਉਹ ਸਾਡੇ ਨਾਲੋਂ ਬਹੁਤ ਵੱਡੇ ਘਰ ਦੀ ਧੀ ਸੀ, ਪਰ ਮੇਰੀ ਕਿਸਮਤ ਕੁੜੀ ਅਨਪੜ੍ਹ ਸੀ ਤੇ ਦੂਜੇ ਅਜਿਹੀ ਨਹੀਂ ਸੀ ਜਿਹੋ ਜਿਹੀ ਮੈਂ ਚਾਹੁੰਦਾ ਸੀ। ਮਾਂ ਪਿਓ ਦੀ ਉਹ ਇਕੱਲੀ ਔਲਾਦ ਸੀ। ਉਸ ਦੇ ਪਿਓ ਨੇ ਖੂਬ ਧੂਮ ਧੜੱਕੇ ਨਾਲ ਵਿਆਹ ਕੀਤਾ, ਇੰਨਾ ਕੁਝ ਦਿੱਤਾ ਕਿ ਘਰ ਅੰਦਰ ਰੱਖਣ ਨੂੰ ਥਾਂ ਨਾ ਲੱਭੇ। ਪਰ ਮੇਰੇ ਪਿਓ ਦੇ ਨਸੀਬ ਵਿੱਚ ਸਾਡਾ ਵਸਦਾ ਘਰ ਵੇਖਣਾ ਨਹੀਂ ਸੀ ਲਿਖਿਆ। ਸਾਡੇ ਵਿਆਹ ਤੋਂ 1 ਮਹੀਨੇ ਬਾਅਦ ਹੀ ਉਹ ਤੁਰਦਾ ਬਣਿਆ। ਮੈਂ ਇਕੱਲਾ ਹੀ ਰਹਿ ਗਿਆ। ਮੇਰੀ ਕੋਈ ਵੀ ਆਦਤ ਨਾ ਬਦਲੀ। ਵਕਤ ਲੰਘਦਾ ਗਿਆ। 2 ਵਰ੍ਹਿਆਂ ਵਿੱਚ ਮੈਂ 2 ਬੱਚਿਆਂ ਦਾ ਬਾਪ ਬਣ ਗਿਆ। ਪਰ ਮਹਿਰਾ ਸਾਹਿਬ, ਫਿਰ ਵੀ ਤੁਸੀਂ ਇਹ ਦੂਜਾ ਵਿਆਹ ਕਿਉਂ ਕੀਤਾ? ਅਚਾਨਕ ਮੈਂ ਉਸ ਕੋਲੋਂ ਕਹਾਣੀ ਸੁਣਦਾ ਵਿਚਕਾਰੋਂ ਬੋਲ ਪਿਆ। ਹਾਂ ਬਈ, ਇਹ ਵੀ ਦੱਸਦਾ ਹਾਂ। ਇੰਨਾ ਕਹਿ ਕੇ ਮਿਸਟਰ ਮਹਿਰਾ ਨੇ ਇੰਜ ਅੱਖਾਂ ਬੰਦ ਕਰ ਲਈਆਂ, ਜਿਵੇਂ ਉਹ ਗੁਆਚੇ ਅਤੇ ਬੀਤੇ ਦਿਨਾਂ ਨੂੰ ਮੁੜ ਲੱਭ ਰਿਹਾ ਹੋਵੇ। ਮੈਂ ਜੀਵਨ ਵਿੱਚ ਪਿਓ ਦੇ ਹੁੰਦਿਆਂ ਤੇ ਉਸ ਤੋਂ ਬਾਅਦ ਵੀ ਬਹੁਤ ਸੁੱਖ ਭੋਗੇ ਸਨ। ਮੇਰੇ ਕੋਲ ਪੈਸਾ ਸੀ, ਇੱਜ਼ਤ ਸੀ, ਚੰਗਾ ਕੰਮ ਸੀ, ਪਤਨੀ ਅਤੇ ਬੱਚੇ ਸਨ। ਪਰ ਜੀਵਨ ਵਿੱਚ ਇਹ ਸਭ ਕੁਝ ਮਿਲ ਜਾਣ ਨਾਲ ਜੀਵਨ ਦੀਆਂ ਮਾਨਸਿਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ। ਫਿਰ ਉਹ ਵੀ ਮੇਰੇ ਜਿਹੇ ਬੰਦੇ ਦੀ ਜਿਹੜਾ ਸਾਹਿਤਕ ਰੁਚੀ ਵਾਲਾ ਹੋਵੇ। ਮੇਰੀ ਪਤਨੀ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਸਰੀਰਕ ਉਸ ਦੀ ਕੋਈ ਵੀ ਆਦਤ ਮੇਰੇ ਨਾਲ ਮੇਲ ਨਹੀਂ ਖਾਂਦੀ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਚੀਜ਼ ਦੀ ਥੋੜ ਹੋਵੇ ਸਾਡੇ ਦੋਹਾਂ ਵਿਚਕਾਰ, ਜਿਵੇਂ ਸਾਡੇ ਤਾਂ ਰਾਹ ਹੀ ਵੱਖਰੇ ਸਨ, ਜਿਸ ਉੱਤੇ ਅਸੀਂ ਗ੍ਰਿਸ਼ਤੀ ਦੀ ਗੱਡੀ ਨੂੰ ਜ਼ਬਰਦਸਤੀ ਢੂਹੀ ਲਿਜਾ ਰਹੇ ਸਾਂ। ਇਹ ਗੱਲ ਵੀ ਸੱਚ ਸੀ। ਜਦੋਂ ਕਦੇ ਮੈਂ ਕੁਝ ਲਿਖਣ ਬਹਿੰਦਾ ਤਾਂ ਉਹ ਮੈਨੂੰ ਟੋਕ ਕੇ ਕਹਿੰਦੀ, ਕੀ ਮਿਲੇਗਾ ਤੁਹਾਨੂੰ ਇੰਨਾ ਕਾਲੇ ਕੀਤੇ ਕਾਗਜ਼ਾਂ ਤੋਂ? ਇਹ ਸੁਣ ਕੇ ਮੈਂ ਆਪਣੀ ਆਪ ਵਿੱਚ ਘੁੱਟ ਕੇ ਰਹਿ ਜਾਂਦਾ। ਮੇਰਾ ਮਨ ਕਰਦਾ ਉਸ ਨੂੰ ਕੋਈ ਚੰਗਾ ਜਿਹਾ ਸ਼ੇਅਰ ਸੁਣਾਵਾਂ ਅਤੇ ਉਹ ਦਾਦ ਵਿੱਚ ਵਾਹ ਵਾਹ ਕਹਿ ਉੱਠੇ, ਪਰ ਅਜਿਹਾ ਕਦੇ ਵੀ ਨਾ ਹੋਇਆ। ਜਦੋਂ ਕਦੇ ਮੈਂ ਇੰਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਵੇਲੇ ਨਵੀਆਂ ਸਾੜੀਆਂ ਤੇ ਗਹਿਣਿਆਂ ਦੀ ਗੱਲ ਲੈ ਬਹਿੰਦੀ। ਇਹ ਦੇਖ ਮੇਰਾ ਤਾਂ ਮਨ ਹੀ ਬੁੱਝ ਜਾਂਦਾ। ਸੋਚਦਾ ਕਿ ਘਰ, ਪਤਨੀ, ਬੱਚੇ ਅਤੇ ਬਹੁਤ ਸਾਰੇ ਧਨ ਨਾਲ ਹੀ ਜੀਵਨ ਦੀਆਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ। ਕੀ ਮਨੁੱਖ
ਇਹੋ ਕੁਝ ਕਰਨ ਲਈ ਜਨਮ ਲੈਂਦਾ ਹੈ। ਫੇਰ ਜਿਵੇਂ ਮੈਂ ਆਪਣੇ ਘਰ ਵਿੱਚ ਰਹਿੰਦਾ ਹੋਇਆ ਵੀ ਘਰੋਂ ਦੂਰ ਹੁੰਦਾ ਗਿਆ। ਇਸ ਵਿੱਚ ਮੈਂ ਆਪਣੀ ਪਤਨੀ ਦਾ ਕੋਈ ਕਸੂਰ ਨਹੀਂ ਸੀ ਕੱਢਦਾ। ਉਹ ਤਾਂ ਮੈਨੂੰ ਉਹੀ ਕੁਝ ਦੇ ਸਕਦੀ ਸੀ ਜੋ ਉਸਦੇ ਕੋਲ ਸੀ। ਵੱਡੇ ਘਰ ਦੀ ਅਨਪੜ੍ਹ ਧੀ ਸੀ ਉਹ। ਸਿਵਾਏ ਨਵੀਆਂ ਸਾੜੀਆਂ ਤੇ ਗਹਿਣਿਆਂ ਦੇ ਉਹ ਹੋਰ ਗੱਲ ਵੀ ਕੀ ਕਰ ਸਕਦੀ ਸੀ। ਜਦੋਂ ਸਾਡੇ ਘਰ ਤੀਜਾ ਬੱਚਾ ਆਉਣਾ ਸੀ ਤਾਂ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ। ਘਰ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ ਸੀ, ਪਰ ਪਤਨੀ ਨੂੰ ਮਰਦ ਨੌਕਰ ਦੀ ਥਾਂ ਨੌਕਰਾਣੀ ਚਾਹੀਦੀ ਸੀ। ਕੋਰਟ ਵਿੱਚ ਮੇਰੇ ਨਾਲ ਵਕਾਲਤ ਕਰਦੇ ਇੱਕ ਮਿੱਤਰ ਨਾਲ ਮੈਂ ਗੱਲ ਕੀਤੀ। ਕੁਝ ਦਿਨਾਂ ਬਾਅਦ ਹੀ ਉਸਨੇ 20 ਸਾਲਾਂ ਦੀ ਇੱਕ ਮੁਸਲਮਾਨ ਔਰਤ ਸਾਡੇ ਘਰ ਭੇਜ ਦਿੱਤੀ, ਜਿਸ ਨੂੰ ਪਤੀ ਨੇ ਤਲਾਕ ਦਿੱਤਾ ਹੋਇਆ ਸੀ। ਘਰ ਵਿੱਚ ਮੇਰਾ ਇੱਕ ਅਲੱਗ ਕਮਰਾ ਸੀ। ਉਸ ਵਿੱਚ ਬਹਿ ਕੇ ਮੈਂ ਸ਼ੇਅਰ ਕਹਿੰਦਾ ਜਾਂ ਕਿਸੇ ਮੁਸ਼ਾਇਰੇ ਦੀ ਪ੍ਰੈਕਟਿਸ ਕਰਿਆ ਕਰਦਾ ਸੀ। ਮੇਰੇ ਕਮਰੇ ਦੇ ਨਾਲ ਕਰਕੇ ਸਾਡਾ ਡਰਾਇੰਗ ਰੂਮ ਸੀ। ਇੱਕ ਦਿਨ ਮੈਂ ਨਵੇਂ ਲਿਖੇ ਸ਼ੇਅਰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਇੱਕ ਮੁਸ਼ਾਇਰੇ ਦੀ ਤਿਆਰੀ ਕਰਨ ਲੱਗਾ ਸੀ। ਅਜੇ ਮੈਂ ਗਜ਼ਲ ਦਾ ਪਹਿਲਾ ਸ਼ੇਅਰ ਹੀ ਪੜ੍ਹਿਆ ਸੀ ਕਿ ਮੈਨੂੰ ਨਾਲ ਦੇ ਕਮਰੇ ਵਿੱਚੋਂ ਕਿਸੇ ਇਸਤਰੀ ਦੀ ਉਸ ਸ਼ੇਅਰ ਲਈ ਦਾਦ ਦਿੰਦੀ ਹੋਈ ਵਾਹ ਵਾਹ ਦੀ ਆਵਾਜ਼ ਸੁਣੀ। ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ। ਡਰਾਇੰਗ ਰੂਮ ਵਿੱਚ ਜਾ ਕੇ ਦੇਖਿਆ ਤਾਂ ਇੱਕ ਔਰਤ ਮੇਰੇ ਵੱਲ ਪਿੱਠ ਕਰੀ ਬੈਠੀ ਕਾਲੀਨ ਸਾਫ਼ ਕਰ ਰਹੀ ਸੀ। ਮੈਂ ਕੁਝ ਚਿਰ ਉੱਥੇ ਖੜਾ ਰਹਿ ਆਪਣੇ ਕਮਰੇ ਵਿੱਚ ਮੁੜ ਆਇਆ। ਉਸ ਦੀ ਪਿੱਠ ਵੱਲ ਦੇਖਦਿਆਂ ਹੀ ਪਤਾ ਲੱਗ ਗਿਆ ਸੀ ਕਿ ਘਰ ਅੰਦਰ ਮੇਰੇ ਸ਼ੇਅਰ ਦੀ ਦਾਦ ਦੇਣ ਵਾਲੀ ਕੋਈ ਹੋਰ ਨਹੀਂ ਬਲਕਿ ਉਹੀ ਮੁਸਲਮਾਨ ਨੌਕਰਾਣੀ ਸੀ, ਜਿਹੜੀ ਮੇਰੇ ਮਿੱਤਰ ਨੇ ਘੱਲੀ ਸੀ। ਬਸ ਫਿਰ ਕੀ ਸੀ, ਉਹ ਨੌਕਰਾਣੀ ਮੈਨੂੰ ਇੰਨੀ ਚੰਗੀ ਲੱਗੀ ਕਿ ਮੇਰੇ ਦਿਲ ਦੀ ਹੀ ਮਾਲਕਣ ਬਣ ਬੈਠੀ। ਉਹ ਰਾਤੀਂ ਵੀ ਸਾਡੇ ਘਰ ਸੌਂਦੀ ਸੀ। ਛੇਤੀ ਹੀ ਉਸ ਨਾਲ ਮੇਰਾ ਸਰੀਰਕ ਸੰਬੰਧ ਜੁੜ ਗਿਆ, ਜਿਹੜਾ ਪਤਨੀ ਕੋਲੋਂ ਛਿਪਿਆ ਨਾ ਰਹਿ ਸਕਿਆ। ਫਿਰ ਇੱਕ ਦਿਨ ਮੈਂ ਪਤਨੀ ਨੂੰ ਦੱਸਿਆ ਕਿ ਮੈਂ ਉਸ ਔਰਤ ਨਾਲ ਵਿਆਹ ਕਰਵਾਉਣਾ ਹੈ। ਇੱਕ ਵਾਰੀ ਤਾਂ ਮੇਰੀ ਕਹੀ ਗੱਲ ਸੁਣ ਕੇ ਉਹ ਚੁੱਪ ਕਰ ਗਈ, ਪਰ ਫਿਰ ਉਸ ਨੇ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ। ਮੈਨੂੰ ਇਹ ਹੁਣ ਤੀਕ ਸਮਝ ਨਹੀਂ ਆਈ ਕਿ ਹਿੰਦੁਸਤਾਨੀ ਪਤਨੀ ਹੁੰਦਿਆਂ ਵੀ ਉਸ ਨੇ ਮੈਨੂੰ ਅਜਿਹਾ ਕਿਉਂ ਕਰਨ ਦਿੱਤਾ। ਪਰ ਇਸ ਨਾਲ ਉਸ ਨੇ ਕੁਝ ਸ਼ਰਤਾਂ ਜੋੜ ਦਿੱਤੀਆਂ, ਜਿਵੇਂ ਹਫ਼ਤੇ ਵਿੱਚ ਮੈਂ ਇੱਕ ਦਿਨ ਤੇ ਇੱਕ ਰਾਤ ਹੀ ਉਸ ਔਰਤ ਕੋਲ ਰਹਿ ਸਕਾਂਗਾ। ਉਹ ਇਸ ਘਰ ਵਿੱਚ ਨਹੀਂ ਆਵੇਗੀ, ਸਗੋਂ ਅਲੱਗ ਕਿਸੇ ਦੂਜੇ ਘਰ ਵਿੱਚ ਰਹੇਗੀ। ਉਹ ਕਿਸੇ ਬੱਚੇ ਦੀ ਮਾਂ ਨਹੀਂ ਬਣੇਗੀ। ਜਦੋਂ ਮੈਂ ਇਹ ਸਭ ਕੁਝ ਉਸ ਔਰਤ ਨੂੰ ਦੱਸਿਆ ਤਾਂ ਉਸ ਨੇ ਤੁਰੰਤ ਸਵੀਕਾਰ ਕਰ ਲਿਆ। ਪਰ ਅਜੇ ਵੀ ਇੱਕ ਅੜਚਨ ਸੀ ਜੋ ਸਾਡੇ ਰਾਹ ਵਿੱਚ ਖੜੀ ਸੀ। ਮੈਂ ਹਿੰਦੂ ਸੀ ਤੇ ਉਹ ਮੁਸਲਮਾਨ। ਮੈਂ ਚੋਰੀ ਨਾਲ ਇਹ ਵਿਆਹ ਮੰਦਰ ਵਿੱਚ ਕਰਵਾਉਣਾ ਚਾਹੁੰਦਾ ਸਾਂ। ਮੈਂ ਪੁੱਛਿਆ, ਕੀ ਤੂੰ ਮੇਰੇ ਨਾਲ ਮੰਦਰ ਵਿੱਚ ਹਿੰਦੂ ਰੀਤੀ ਨਾਲ ਵਿਆਹ ਕਰਵਾ ਸਕੇਂਗੀ? ਮੈਂ ਬਹੁਤ ਹੈਰਾਨ ਹੋਇਆ ਜਦੋਂ ਉਸ ਨੇ ਮੇਰੇ ਇਸ ਸਵਾਲ ਦੇ ਜਵਾਬ ਵਿੱਚ ਵੀ ਹਾਂ ਕਹਿ ਦਿੱਤੀ। ਸਾਡਾ ਵਿਆਹ ਹੋ ਗਿਆ। ਉਹ ਬਾਨੋ ਤੋਂ ਸਵਿਤਰੀ ਸੱਦੀ ਜਾਣ ਲੱਗੀ ਅਤੇ ਫਿਰ ਘਰ ਵਿੱਚ ਰਹਿੰਦੀ ਨੌਕਰਾਣੀ ਇੱਕ ਦਿਨ ਮੇਰੇ ਦਿਲ ਦੇ ਘਰ ਦੀ ਰਾਣੀ ਬਣ ਬੈਠੀ। ਤੇ ਅੱਜ ਉਹ ਮਾਲਕਣ ਇਹੋ ਹੈ। ਮਿਸਟਰ ਮਹਿਰਾ ਦਾ ਇਸ਼ਾਰਾ ਉਸ ਔਰਤ ਵੱਲ ਸੀ, ਜਿਸ ਪਾਸੋਂ ਮੈਂ ਕਮਰਾ ਕਿਰਾਏ ਤੇ ਲਿਆ ਸੀ, ਜਿਸ ਨੇ ਮੇਰੇ ਕੋਲੋਂ ਇੰਟਰਵਿਊ ਵੇਲੇ ਪੁੱਛਿਆ ਸੀ ਕਿ ਕਿਸੇ ਕੁੜੀ ਨਾਲ ਮੇਰਾ ਕੋਈ ਚੱਕਰ ਵੱਕਰ ਤਾਂ ਨਹੀਂ ਚੱਲ ਰਿਹਾ। ਉਸ ਦੇ ਉਸ ਵੇਲੇ ਦੇ ਸਵਾਲ ਨੂੰ ਹੁਣ ਸਮਝਦਿਆਂ ਮੇਰੇ ਬੁੱਲ੍ਹ ਮੁਸਕਾਨ ਨਾਲ ਭਰ ਗਏ ਸਨ। ਮਿਸਟਰ ਮਹਿਰਾ ਇਹ ਕਹਾਣੀ ਦੱਸ ਚਲਾ ਗਿਆ। ਮੈਂ ਉਸ ਕਮਰੇ ਵਿੱਚ ਰਹਿੰਦਾ ਰਿਹਾ। ਮੈਂ ਦੇਖਦਾ ਉਹ ਹਰ ਐਤਵਾਰ ਨੂੰ ਸਵੇਰੇ ਹੀ ਆ ਜਾਂਦਾ, ਆਉਂਦਾ ਹੋਇਆ ਆਪਣੇ ਨਾਲ ਫਲਾਂ ਦੀ ਟੋਕਰੀ ਅਤੇ ਹੋਰ ਖਾਣ ਪੀਣ ਦੀਆਂ ਕਿੰਨੀਆਂ ਹੀ ਚੀਜ਼ਾਂ ਲਿਆਉਂਦਾ। ਉਹ ਸਾਰਾ ਸਾਰਾ ਦਿਨ ਉਸ ਔਰਤ ਨਾਲ ਕਮਰੇ ਵਿੱਚ ਵੜਿਆ ਰਹਿੰਦਾ। ਦਿਨ ਵਿੱਚ ਕਈ ਵਾਰ ਉਸ ਔਰਤ ਦੇ ਵਾਹ ਵਾਹ ਕਰਨ ਦੀ ਆਵਾਜ਼ ਸੁਣਾਈ ਦਿੰਦੀ। ਇਸ ਤੋਂ ਇਹੋ ਅੰਦਾਜ਼ਾ ਲੱਗਦਾ ਕਿ ਉਹ ਮਹਿਰਾ ਦੇ ਕਹੇ ਸ਼ਾਇਰਾਂ ਦੀ ਦਾਤ ਦੇ ਰਹੀ ਹੋਵੇਗੀ। ਐਤਵਾਰ ਦੀ ਰਾਤ ਵੀ ਉਹ ਦੋਵੇਂ ਕਮਰੇ ਅੰਦਰੋਂ ਬਾਹਰ ਨਾ ਨਿਕਲਦੇ। ਸੋਮਵਾਰ ਸਵੇਰੇ ਹੀ ਮਿਸਟਰ ਮਹਿਰਾ ਤਿਆਰ ਹੋ ਤੁਰ ਪੈਂਦਾ। ਉਹ ਔਰਤ ਉਸ ਨੂੰ ਬੂਹੇ ਤੀਕ ਛੱਡਣ ਜਾਂਦੀ। ਫਿਰ ਬਾਕੀ ਦੇ 6 ਦਿਨ ਉਹ ਉਸ ਦੀ ਉਡੀਕ ਕਰਦੀ। ਹਰ ਰੋਜ਼ ਮੰਗ ਭਰਦੀ, ਵੱਡੀ ਸਾਰੀ ਬਿੰਦੀ ਲਾਉਂਦੀ।
ਉਹ ਮਨ ਦੀ ਬਹੁਤ ਚੰਗੀ ਸੀ। ਵਿਹੜੇ ਵਿੱਚ ਰਹਿੰਦੇ ਕਿਰਾਏਦਾਰਾਂ ਨਾਲ ਪਿਆਰ ਨਾਲ ਬੋਲਦੀ, ਉਹਨਾਂ ਦੇ ਬੱਚਿਆਂ ਨੂੰ ਖਾਣ ਪੀਣ ਲਈ ਦਿੰਦੀ। ਫਿਰ ਇੱਕ ਦਿਨ ਬਹੁਤ ਬੁਰੀ ਗੱਲ ਹੋਈ। ਅਚਾਨਕ ਮਿਸਟਰ ਮਹਿਰਾ ਦਾ ਹਾਰਟ ਅਟੈਕ ਨਾਲ ਸਵਰਗਵਾਸ ਹੋ ਗਿਆ। ਅਸੀਂ ਦੇਖਿਆ ਉਸ ਔਰਤ ਨੇ ਆਪਣੇ ਸਿਰ ਦੇ ਵਾਲ ਪੁੱਟ ਸੁੱਟੇ, ਪਿੱਟ ਕੇ ਆਪਣੀ ਛਾਤੀ ਲਾਲ ਕਰ ਲਈ। ਅਸੀਂ ਵਿਹੜੇ ਵਿੱਚ ਰਹਿੰਦੇ ਕਿਰਾਏਦਾਰ ਮਿਸਟਰ ਮਹਿਰਾ ਦੇ ਦਿੱਲੀ ਵਾਲੇ ਘਰ ਗਏ। ਉਹ ਔਰਤ ਵੀ ਸਾਡੇ ਨਾਲ ਸੀ। ਉਸ ਨੇ ਮਿਸਟਰ ਮਹਿਰਾ ਦੇ ਭੁੰਜੇ ਪਏ ਸਰੀਰ ਨੂੰ ਦੇਖਿਆ, ਜ਼ੋਰ-ਜ਼ੋਰ ਦੀ ਚੀਕਾਂ ਮਾਰੀਆਂ ਤੇ ਫਿਰ ਉਹ ਬੇਸੁੱਧ ਹੋ ਕੇ ਪਿੱਛੇ ਧਰਤੀ ਤੇ ਡਿੱਗ ਪਈ। ਅਸੀਂ ਸਭ ਸ਼ਮਸ਼ਾਨ ਤੀਕ ਨਾਲ ਗਏ ਤੇ ਆਪਣੇ ਘਰਾਂ ਨੂੰ ਵਾਪਸ ਮੁੜ ਪਏ। ਪਰ ਉਹ ਔਰਤ ਉਸੇ ਥਾਂ ਰਹਿ ਗਈ। ਫਿਰ ਜਦੋਂ ਉਹ 15 ਦਿਨਾਂ ਬਾਅਦ ਵਾਪਸ ਮੁੜੀ ਤਾਂ ਉਸ ਨੂੰ ਦੇਖ ਸਾਡਾ ਤਾਂ ਰੋਣ ਹੀ ਨਿਕਲ ਗਿਆ। ਉਸ ਨੇ ਚਿੱਟੀ ਧੋਤੀ ਬੰਨ੍ਹੀ ਹੋਈ ਸੀ, ਮਾਂਗ ਖਾਲੀ ਸੀ ਅਤੇ ਮੱਥੇ ਉੱਤੇ ਬਿੰਦੀ ਨਹੀਂ ਸੀ। ਫਿਰ ਉਸ ਨੇ ਚੁੱਪਚਾਪ ਆ ਕੇ ਕਮਰੇ ਦਾ ਬੂਹਾ ਭੇੜ ਲਿਆ। ਦਿਨ ਹੌਲੀ-ਹੌਲੀ ਲੰਘਦੇ ਗਏ। ਇਸ ਘਟਨਾ ਬਾਅਦ ਸਾਰੇ ਕਿਰਾਏਦਾਰ ਉਸ ਔਰਤ ਦੇ ਹੋਰ ਨੇੜੇ ਹੋ ਗਏ। ਉਹ ਵੀ ਪਹਿਲਾਂ ਨਾਲੋਂ ਬਹੁਤ ਬਦਲ ਗਈ। ਜਦੋਂ ਐਤਵਾਰ ਦਾ ਦਿਨ ਆਉਂਦਾ, ਸਾਡੇ ਸਭ ਦੇ ਮਨ ਉਦਾਸ ਹੋ ਜਾਂਦੇ। ਮਿਸਟਰ ਮਹਿਰਾ ਦੀ ਬਹੁਤ ਯਾਦ ਆਉਂਦੀ। ਜਿਹੜਾ ਬੰਦਾ ਪਿਛਲੇ ਕਿੰਨੇ ਵਰ੍ਹਿਆਂ ਤੋਂ ਇਸ ਘਰ ਵਿੱਚ ਆਉਂਦਾ ਰਿਹਾ ਹੋਵੇ, ਉਸ ਨੂੰ ਕਿਵੇਂ ਭੁੱਲਿਆ ਜਾ ਸਕਦਾ ਸੀ। ਉਸ ਔਰਤ ਨੇ ਮੇਰੇ ਕੋਲੋਂ ਉਸ ਦੀਆਂ 2 ਫੋਟੋਆਂ ਵੱਡੀਆਂ ਕਰਵਾ ਕੇ ਸ਼ੀਸ਼ੇ ਵਿੱਚ ਮੜ੍ਹ ਲਈਆਂ। ਉਹ ਹਰ ਰੋਜ਼ ਉਹਨਾਂ ਨੂੰ ਪੂਜਦੀ, ਉਹਨਾਂ ਅੱਗੇ ਧੂਫ ਬੱਤੀ ਕਰਦੀ, ਉਹਨਾਂ ਉੱਤੇ ਫੁੱਲ ਚੜ੍ਹਾਉਂਦੀ। ਮੈਂ ਸੋਚਦਾ ਕਿੰਨਾ ਪਿਆਰ ਹੈ ਇਸ ਔਰਤ ਦਾ ਜਿਸ ਨੇ ਆਪਣਾ ਸਾਰਾ ਜੀਵਨ ਇੱਕ ਅਜਿਹੇ ਮਰਦ ਨੂੰ ਅਰਪਣ ਕਰ ਦਿੱਤਾ, ਜਿਸ ਦਾ ਭਾਵੇਂ ਇਸ ਵੇਲੇ ਉਸ ਸਾਹਮਣੇ ਕੋਈ ਵਜੂਦ ਨਹੀਂ, ਪਰ ਤਾਂ ਵੀ ਉਹ ਉਸ ਨੂੰ ਨਹੀਂ ਸੀ ਭੁੱਲੀ। ਫਿਰ 2 ਮਹੀਨੇ ਬਾਅਦ ਇੱਕ ਬੰਦਾ ਸਾਡੇ ਘਰ ਦਾ ਪਤਾ ਪੁੱਛਦਾ ਹੋਇਆ ਆਇਆ। ਉਸ ਕੋਲ ਮਿਸਿਜ਼ ਮਹਿਰਾ ਦੇ ਨਾਂ ਦੀ ਇੱਕ ਚਿੱਠੀ ਸੀ, ਜਿਹੜੀ ਅਦਾਲਤ ਨੇ ਭੇਜੀ ਸੀ। ਮੈਂ ਮਿਸਿਜ਼ ਮਹਿਰਾ ਦੇ ਦਸਤਖਤ ਕਰਵਾ ਕੇ ਉਹ ਚਿੱਠੀ ਲੈ ਲਈ, ਜਿਹੜੀ ਅੰਗਰੇਜ਼ੀ ਵਿੱਚ ਟਾਈਪ ਕੀਤੀ ਹੋਈ ਸੀ। ਉਸ ਨੇ ਮੈਨੂੰ ਪੜ੍ਹਨ ਲਈ ਕਿਹਾ। ਇਹ ਅਦਾਲਤ ਵਿੱਚ ਕੀਤੀ ਗਈ ਮਿਸਟਰ ਮਹਿਰਾ ਦੀ ਵਸੀਅਤ ਦੀ ਨਕਲ ਸੀ। ਲਿਖਿਆ ਸੀ, ਮੇਰੇ ਮਰਨ ਬਾਅਦ ਬੈਂਕ ਵਿੱਚ ਪਏ 3 ਲੱਖ ਰੁਪਏ ਵਿੱਚੋਂ 1 ਲੱਖ ਮੇਰੀ ਪਹਿਲੀ ਪਤਨੀ ਅਤੇ 2 ਲੱਖ ਰੁਪਇਆ ਸਵਿਤਰੀ ਨੂੰ ਮਿਲੇਗਾ। ਦਿੱਲੀ ਵਾਲੇ 2 ਮਕਾਨਾਂ ਵਿੱਚੋਂ ਇੱਕ ਵੱਡਾ ਘਰ ਸਵਿਤਰੀ ਦਾ ਹੋਵੇਗਾ ਅਤੇ ਛੋਟੇ ਵਿੱਚ ਮੇਰੀ ਪਹਿਲੀ ਪਤਨੀ ਤੇ ਉਸ ਦੇ 3 ਬੱਚੇ ਰਹਿਣਗੇ। ਜਿਸ ਘਰ ਵਿੱਚ ਇਸ ਵੇਲੇ ਸਵਿਤਰੀ ਰਹਿੰਦੀ ਹੈ, ਇਹ ਵੀ ਉਸ ਦੇ ਹਿੱਸੇ ਆਵੇਗਾ। ਲਾਕਰ ਵਿੱਚ ਪਏ ਸਾਰੇ ਜ਼ੇਵਰ ਸਵਿਤਰੀ ਦੇ ਹੋਣਗੇ। ਜਿਵੇਂ-ਜਿਵੇਂ ਮੈਂ ਚਿੱਠੀ ਪੜ੍ਹਦਾ ਜਾ ਰਿਹਾ ਸਾਂ, ਮੇਰਾ ਮਨ ਮਿਸਟਰ ਮਹਿਰਾ ਲਈ ਸ਼ਰਧਾ ਨਾਲ ਭਰਦਾ ਜਾ ਰਿਹਾ ਸੀ। ਮੈਂ ਇੱਕ ਪਲ ਲਈ ਸੋਚੀ ਪੈ ਗਿਆ ਕਿ ਕਿੰਨਾ ਚੰਗਾ ਸੀ ਉਹ ਬੰਦਾ, ਜਿਹੜਾ ਮਰਨ ਤੋਂ ਬਾਅਦ ਵੀ ਸਵਿਤਰੀ ਨੂੰ ਭੁੱਲਣ ਲਈ ਤਿਆਰ ਨਹੀਂ ਸੀ। ਅੱਗੇ ਲਿਖਿਆ ਸੀ, ਮੇਰੀ ਜਾਇਦਾਦ ਦਾ ਜਿਹੜਾ ਹਿੱਸਾ ਮੇਰੀ ਪਤਨੀ ਨੂੰ ਮਿਲਿਆ, ਉਹ ਉਸ ਨੂੰ ਤਦ ਤੀਕ ਨਹੀਂ ਵੇਚ ਸਕੇਗੀ ਜਦੋਂ ਤੀਕ ਤਿੰਨੋਂ ਬੱਚੇ ਬਾਲਿਗ ਨਾ ਹੋ ਜਾਣ। ਪਰ ਸਵਿਤਰੀ ਨੂੰ ਇਹ ਹੱਕ ਹੈ ਕਿ ਜਦੋਂ ਚਾਹੇ ਆਪਣੇ ਹਿੱਸੇ ਦੀ ਜਾਇਦਾਦ ਵੇਚ ਸਕਦੀ ਹੈ ਜਾਂ ਕਿਸੇ ਨੂੰ ਦੇ ਸਕਦੀ ਹੈ। ਮੇਰੇ 3 ਬੱਚਿਆਂ ਦੇ ਵਿਆਹ ਉਹਨਾਂ ਦੀ ਮਾਂ ਦੀ ਮਰਜ਼ੀ ਨਾਲ ਹੋਣਗੇ। ਉਹ ਜਿਹੜਾ ਮਰਜ਼ੀ ਚਾਹੇ ਕਰ ਸਕੇਗੀ। ਉਸ ਵਿੱਚ ਸਵਿਤਰੀ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾ ਕਿ ਉਹ ਮੇਰੇ ਬੱਚਿਆਂ ਦੇ ਵਿਆਹ ਜਾਂ ਘਰੇਲੂ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰੇ, ਕਿਉਂਕਿ ਉਹ ਸਾਡੀ ਜਾਤ ਦੀ ਨਹੀਂ। ਉਹ ਮੇਰੀ ਵਿਆਹੁਤਾ ਨਹੀਂ, ਸਗੋਂ ਰਖੇਲ ਹੈ। ਮੈਂ ਵੇਖਿਆ ਉਸ ਦੀਆਂ ਕਿਤਾਬਾਂ, ਕੱਪੜੇ ਬਾਹਰ ਵਿਹੜੇ ਵਿੱਚ ਸੁੱਟ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਫਿਰ ਉਹ ਔਰਤ ਆਪਣੀਆਂ ਭਰੀਆਂ ਅੱਖਾਂ ਨੂੰ ਚਿੱਟੀ ਧੋਤੀ ਨਾਲ ਪੂੰਝਣ ਲੱਗੀ। ਸਾਰਾ ਸਮਾਨ ਚਿੜ-ਚਿੜ ਕਰਦਾ ਹੋਇਆ ਬਲਣ ਲੱਗਾ। ਉਹ ਔਰਤ ਇੱਕੋ ਸਾਹ ਰੋਂਦੀ ਹੋਈ ਉਸ ਮਰਦ ਨੂੰ ਗਾਲ੍ਹਾਂ ਕੱਢ ਰਹੀ ਸੀ, ਜਿਹੜਾ ਹੁਣ ਇਸ ਦੁਨੀਆ ਵਿੱਚ ਨਹੀਂ ਸੀ, ਜਿਹੜਾ ਕਦੇ ਉਸ ਦੇ ਸੰਸਾਰ ਦਾ ਰਾਜਾ ਸੀ, ਜਿਸ ਨੂੰ ਯਾਦ ਕਰਨਾ ਉਸ ਔਰਤ ਲਈ ਰੱਬ ਦਾ ਨਾਂ ਲੈਣ ਦੇ ਬਰਾਬਰ ਸੀ। ਉਹ ਉੱਚੀ-ਉੱਚੀ ਬੋਲਦੀ ਕਹੀ ਜਾ ਰਹੀ ਸੀ, ਹਰਾਮਖੋਰ, ਤੂੰ ਮੇਰੀ ਸਾਰੀ ਜਵਾਨੀ ਨੂੰ ਖਿਡੌਣਾ ਬਣਾ ਖੇਡਦਾ ਰਿਹਾ। ਮੈਂ ਤੇਰੇ ਲਈ ਆਪਣਾ ਘਰ ਛੱਡਿਆ, ਆਪਣੇ ਲੋਕ ਛੱਡੇ, ਆਪਣੇ ਸਮਾਜ ਤੋਂ ਅਲੱਗ ਹੋ ਗਈ। ਮੈਂ ਆਪਣਾ ਧਰਮ ਤੇਰੇ ਉੱਤੇ ਕੁਰਬਾਨ ਕਰ ਦਿੱਤਾ, ਪਰ ਤੂੰ ਇਸ ਦੇ ਬਦਲੇ ਵਿੱਚ
ਮੈਨੂੰ ਪੈਸੇ ਅਤੇ ਜਾਇਦਾਦ ਦਾ ਲੋਭ ਦੇ ਰਿਹਾ ਹੈ, ਪਰ ਪਤਨੀ ਨਹੀਂ ਸਗੋਂ ਰਖੇਲ ਬਣਾ ਕੇ। ਜੇ ਮੈਨੂੰ ਪਤਾ ਹੁੰਦਾ 20 ਵਰ੍ਹਿਆਂ ਵਿੱਚ ਤੂੰ ਮੈਨੂੰ ਔਰਤ ਦਾ ਦਰਜਾ ਨਾ ਦੇ ਕੇ ਕੇਵਲ ਰਖੇਲ ਸਮਝਦਾ ਰਹੇਂਗਾ ਅਤੇ ਦੌਲਤ ਦੇ ਢੇਰ ਉੱਤੇ ਵਿਛਾ ਕੇ ਮੈਨੂੰ ਜਿੱਤਣਾ ਚਾਹੇਂਗਾ, ਤਾਂ ਹਰਾਮੀਆਂ ਇਸ ਤੋਂ ਬਹੁਤਾ ਤਾਂ ਮੈਂ ਕੋਠੇ ਉੱਤੇ ਬਹਿ 4-5 ਸਾਲਾਂ ਵਿੱਚ ਕਮਾ ਲੈਂਦੀ। 20 ਵਰ੍ਹਿਆਂ ਤੀਕ ਤੈਨੂੰ ਆਪਣੇ ਸਰੀਰ ਨਾਲ ਕਿਉਂ ਖੇਡਣ ਦਿੰਦੀ? ਮੈਂ ਦੇਖਿਆ ਉਹ ਔਰਤ ਰੋਂਦੀ ਹੋਈ, ਗਾਲਾਂ ਕੱਢਦੀ ਹੋਈ ਮਿਸਟਰ ਮਹਿਰਾ ਦੀ ਇੱਕ-ਇੱਕ ਚੀਜ਼ ਚੁੱਕ-ਚੁੱਕ ਕੇ ਅੱਗ ਵਿੱਚ ਸੁੱਟ ਰਹੀ ਸੀ, ਜਿਵੇਂ ਉਹ ਉਸ ਨੂੰ 20 ਵਰ੍ਹਿਆਂ ਤੋਂ ਜੋਕ ਬਣ ਕੇ ਆਪਣੇ ਸਰੀਰ ਨਾਲ ਚਿਪਟੇ ਹੋਏ ਨੂੰ ਤੋੜ ਕੇ ਹਮੇਸ਼ਾ ਲਈ ਦੂਰ ਕਰ ਦੇਣਾ ਚਾਹੁੰਦੀ ਸੀ। ਅੱਗ ਹੌਲੀ-ਹੌਲੀ ਬਲਦੀ ਰਹੀ। ਕਿਰਾਏਦਾਰ ਆਪੋ-ਆਪਣੀਆਂ ਦਹਿਲੀਜ਼ਾਂ ਛੱਡ ਕਮਰਿਆਂ ਅੰਦਰ ਚਲੇ ਗਏ। ਉਹਨਾਂ ਵਿੱਚ ਮੈਂ ਹੀ ਇੱਕ ਅਜਿਹਾ ਸੀ ਜਿਹੜਾ ਇੱਕ-ਟਕ ਉਸ ਔਰਤ ਦੇ ਚਿਹਰੇ ਵੱਲ ਦੇਖੀ ਜਾ ਰਿਹਾ ਸਾਂ, ਜਿਹੜਾ ਹੰਝੂਆਂ ਨਾਲ ਭਿੱਜ-ਭਿੱਜ ਪੈ ਰਹੀ ਸੀ। ਜਦੋਂ ਉਂਗਲਾਂ ਦੇ ਪੋਟਿਆਂ ਨਾਲ ਮੈਂ ਆਪਣੀਆਂ ਅੱਖਾਂ ਛੂਹ ਕੇ ਦੇਖੀਆਂ ਤਾਂ ਉਹਨਾਂ ਦੇ ਕੋਇਆਂ ਵਿੱਚ ਵੀ ਪਾਣੀ ਦੀਆਂ 2 ਬੂੰਦਾਂ ਅਟਕੀਆਂ ਹੋਈਆਂ ਸਨ। ਉਸ ਬੇਬਸ ਔਰਤ ਲਈ, ਜਿਸ ਦੇ ਦਿਲ ਦੀ ਵੇਦਨਾ ਸਮਝਣ ਵਾਲਾ ਉਸ ਵਿਹੜੇ ਵਿੱਚ ਮੈਂ ਇਕੱਲਾ ਹੀ ਸੀ।